हाँ जी, गुड मॉर्निंग स्टूडेंट। नेक्स्ट टॉपिक है बेटा अपना नॉन यूनीफॉर्म मोशन। नॉन यूनीफॉर्म मोशन की है ਐਵੇਂ ਦੀ ਆਪਣੇ ਕੋਲੇ ਮੋਸ਼ਨ ਜਿੱਥੇ ਕੀ ਹੈ ਆਪਣੀ ਕੋਈ ਵੀ ਜਿਹੜਾ ਆਬਜੈਕਟ ਆ ਅਨਇਕੁਅਲ ਡਿਸਪਲੇਸਮੈਂਟ ਕਰ ਰਿਹਾ ਹੈ ਇਕੁਅਲ ਇੰਟਰਵਲ ਆਫ ਟਾਈਮਸ। ਕੋਈ ਵੀ ਆਪਣਾ ਆਬਜੈਕਟ ਹੈ, ਸਪੋਜ਼ ਇੱਥੋਂ ਸਟਾਰਟ ਕੀਤਾ ਉਸਨੇ, ਅਗਰ 1 ਸੈਕਿੰਡ ਦੇ ਵਿੱਚ ਉਸਨੇ ਆਹ ਵਾਲੀ ਡਿਸਪਲੇਸਮੈਂਟ ਕੀਤੀ ਆ, ਠੀਕ ਹੈ। ਨੈਕਸਟ 1 ਸੈਕਿੰਡ ਦੇ ਵਿੱਚ ਫਿਰ ਕੀ ਉਸਨੇ ਆਹ ਵਾਲੀ ਡਿਸਪਲੇਸਮੈਂਟ ਕੀਤੀ। ਦੈਟ ਮੀਨਸ ਟਾਈਮ ਹੈ ਜਿਹੜਾ ਆਪਣੇ ਕੋਲ ਇਕੁਅਲ ਇੰਟਰਵਲ ਹੈ, ਬਟ ਡਿਸਪਲੇਸਮੈਂਟ ਦੀ ਇੰਟਰਵਲ ਹੈਗੀ ਹੈ ਜਿਹੜੀ ਅਨਇਕੁਅਲ ਹੈ। ਐਵੇਂ ਦੀ ਜਿਹੜੀ ਮੋਸ਼ਨ ਹੈ ਉਸ ਨੂੰ ਆਪਾਂ ਕੀ ਕਹਾਂਗੇ, ਨॉन यूनिफॉर्म ਮੋਸ਼ਨ। ਨੈਕਸਟ ਹੈਗਾ ਇੰਸਟੇਨੀਅਸ ਵੈਲੋਸਿਟੀ ਐਂਡ ਐਕਸਲਰੇਸ਼ਨ। ਵੈਲੋਸਿਟੀ ਆਪਣੇ ਕੋਲ ਕੀ ਹੁੰਦੀ ਹੈ, ਸਿੰਪਲੀ ਡਿਸਪਲੇਸਮੈਂਟ ਅਪੋਨ ਟਾਈਮ। ਹੁਣ ਸਪੋਜ਼ ਤੁਹਾਡੇ ਕੋਲ ਅਗਰ ਆਪਾਂ ਪੋਜੀਸ਼ਨ ਟਾਈਮ ਗ੍ਰਾਫ ਦੀ ਗੱਲ ਕਰੀਏ, ਕਿਸੇ ਵੀ ਟਾਈਮ ਟੀ ਦੇ ਉੱਪਰ ਉਹ ਜਿਹੜੀ ਆਪਣਾ ਆਬਜੈਕਟ ਆ ਉਸਨੇ ਡਿਸਪਲੇਸਮੈਂਟ ਕੀਤੀ ਐਕਸ। ਫਿਰ ਉਸ ਤੋਂ ਬਾਅਦ ਅਗਰ ਆਪਾਂ ਡੈਲਟਾ ਟੀ ਟਾਈਮ ਤੋਂ ਬਾਅਦ ਡੈਲਟਾ ਟੀ ਹੋਰ ਟਾਈਮ ਆਪਾਂ ਪਾਸ ਹੋਣ ਤੋਂ ਬਾਅਦ ਉਹ ਇੱਥੇ ਪਹੁੰਚ ਗਿਆ ਟੀ ਪਲੱਸ ਡੈਲਟਾ ਟੀ, ਫਿਰ ਉਸ ਦੀ ਆਪਣੀ ਡਿਸਪਲੇਸਮੈਂਟ ਕਿੰਨੀ ਹੋ ਗਈ, ਐਕਸ ਪਲੱਸ ਡੈਲਟਾ ਐਕਸ। ਅਗਰ ਆਪਣੇ ਕੋਲ ਡੈਲਟਾ ਟੀ ਟਾਈਮ ਪਾਸ ਹੋਣ ਤੋਂ ਬਾਅਦ ਉਸਨੇ ਡੈਲਟਾ ਐਕਸ ਹੋਰ ਡਿਸਪਲੇਸਮੈਂਟ ਕੀਤੀ, ਟੋਟਲ ਕਿੰਨੀ ਬਣ ਗਈ, ਐਕਸ ਪਲੱਸ ਡੈਲਟਾ ਐਕਸ। ਠੀਕ ਹੈ, ਇੱਥੋਂ ਆਪਾਂ ਵੀ ਐਵਰੇਜ ਦੀ ਵੈਲਿਊ ਕੈਲਕੂਲੇਟ ਕਰਾਂਗੇ। ਵੀ ਐਵਰੇਜ ਆਪਣੇ ਕੋਲ ਕਿਸ ਦੇ ਕੋਲ ਐਕਸ ਪਲੱਸ ਡੈਲਟਾ ਐਕਸ ਮਾਈਨਸ ਐਕਸ ਦੇ ਅਪੋਨ ਟੀ ਪਲੱਸ ਡੈਲਟਾ ਟੀ ਮਾਈਨਸ ਟੀ ਇਜ਼ ਇਕਵਲਸ ਟੂ ਡੈਲਟਾ ਐਕਸ ਅਪੋਨ ਡੀ ਟੀ। ਹੁਣ ਡੈਲਟਾ ਐਕਸ ਅਪੋਨ ਡੀ ਟੀ ਆਪਣੀ ਸਲੋਪ ਆ ਗਈ, ਇਹ ਵਾਲੀ ਏ ਵੀ ਲਾਈਨ ਦੀ ਸਲੋਪ ਆ ਗਈ, ਵੀ ਐਵਰੇਜ ਦੀ ਵੈਲਿਊ ਆ ਗਈ। ਮੀਨਸ ਇੰਸਟੇਨੀਅਸ ਵੈਲੋਸਿਟੀ ਦੇ ਵਿੱਚ ਆਪਾਂ ਕੀ ਕਰਨਾ, ਇਹ ਵੀ ਜਿਹੜੀ ਵੀ ਐਵਰੇਜ ਦੀ ਵੈਲਿਊ ਆਪਣੇ ਕੋਲ ਆ ਗਈ ਉਸ ਦੇ ਉੱਪਰ ਆਪਾਂ ਲਿਮਟਿੰਗ ਕੇਸ ਲੈਣਾ। ਲਿਮਟਿੰਗ ਕੇਸ ਕਿਵੇਂ ਲੈਣਾ, ਲਿਮਿਟ ਡੈਲਟਾ ਟੀ ਟੈਂਸ ਟੂ ਜ਼ੀਰੋ। ਉਸ ਜੇ ਟੀ ਟਾਈਮ ਤੋਂ ਬਾਅਦ ਜਿਹੜਾ ਉਸਨੇ ਆਹ ਵਾਲਾ ਟੀ ਟਾਈਮ ਫਿਰ ਉਹ ਕੀਤਾ ਪਾਸ ਹੋ ਕੀਤਾ, ਦੈਟ ਮੀਨਸ ਇਹ ਟੈਂਸ ਕਰ ਰਹੇ ਹੈ ਜ਼ੀਰੋ ਨੂੰ, ਤਾਂ ਵੀ ਇਜ਼ ਇਕਵਲਸ ਟੂ ਲਿਮਿਟ ਡੈਲਟਾ ਟੀ ਟੈਂਸ ਟੂ ਜ਼ੀਰੋ ਡੈਲਟਾ ਐਕਸ ਅਪੋਨ ਡੈਲਟਾ ਟੀ। ਇਹ ਆਪਣੇ ਕੋਲ ਜਿਹੜੀ ਵੈਲੋਸਿਟੀ ਹੈਗੀ ਹੈ ਇਹ ਹੈਗੀ ਇੰਸਟੇਨੀਅਸ ਵੈਲੋਸਿਟੀ। ਇਟ ਇਜ਼ ਡਿਫਾਈਨਡ ਐਜ਼ ਅ ਲਿਮਟਿੰਗ ਵੈਲਿਊ of the average velocity of the object in a small time interval around that instant when the time interval approaches to zero। ਜਦੋਂ ਆਪਣੇ ਕੋਲ ਡੈਲਟਾ ਟੀ ਅਪਰੋਚ ਕਰ ਰਹੇ ਹੈ ਜ਼ੀਰੋ ਨੂੰ, ਵੀ ਐਵਰੇਜ ਦੀ ਵੈਲਿਊ ਦੇ ਉੱਪਰ ਆਪਾਂ ਕੀ ਲਿਮਿਟ ਲਗਾਉਣੀ ਹੈ, ਡੈਲਟਾ ਟੀ ਟੈਂਸ ਟੂ ਜ਼ੀਰੋ। ਉਹ ਆਪਣੇ ਕੋਲ ਹੈਗੇ ਇੰਸਟੇਨੀਅਸ ਵੈਲੋਸਿਟੀ। ਸਿਮਿਲਰਲੀ ਆਪਣੇ ਕੋਲ ਇੰਸਟੇਨੀਅਸ ਐਕਸਲਰੇਸ਼ਨ ਕੀ ਹੈ, ਸਿੰਪਲ ਆਪਣੇ ਕੋਲ ਐਕਸਲਰੇਸ਼ਨ ਹੈਗੀ ਹੈ ਵੈਲੋਸਿਟੀ ਅਪੋਨ ਟਾਈਮ। ਅਗਰ ਆਪਾਂ ਕੀ ਕਰੀਏ ਇੰਸਟੇਨੀਅਸ ਐਕਸਲਰੇਸ਼ਨ ਦੇ ਵਿੱਚ ਆਪਾਂ ਕੀ ਕਰਨਾ, ਐਵਰੇਜ ਐਕਸਲਰੇਸ਼ਨ ਦੀ ਵੈਲਿਊ ਡੈਲਟਾ ਵੀ ਅਪੋਨ ਡੈਲਟਾ ਟੀ, ਉਸ ਦੇ ਉੱਪਰ ਆਪਾਂ ਲਿਮਿਟ ਲਗਾ ਦਈਏ ਡੈਲਟਾ ਟੀ ਟੈਂਸ ਟੂ ਜ਼ੀਰੋ, ਦੈਨ ਇਹ ਵਾਲੀ ਜਿਹੜੀ ਐਕਸਲਰੇਸ਼ਨ ਹੈ ਉਹ ਹੈਗੀ ਇੰਸਟੇਨੀਅਸ ਐਕਸਲਰੇਸ਼ਨ। ਨੈਕਸਟ ਹੈਗੇ ਫਾਰਮੂਲਾ ਆਫ ਯੂਨੀਫਾਰਮਲੀ ਐਕਸਲਰੇਟਡ ਮੋਸ਼ਨ। ਪਹਿਲਾਂ ਆਪਾਂ ਜਿਹੜੇ ਫਾਰਮੂਲੇ ਕੀਤੇ ਸੀ ਉਹ ਕਿਸੇ ਅਲੱਗ ਮੈਥਡ ਨਾਲ ਕੀਤੇ ਸੀ। ਇਹ ਵਾਲਾ ਜਿਹੜਾ ਮੈਥਡ ਹੈ ਉਹ ਆਪਣੇ ਕੋਲ ਕੀ ਹੈ, ਕੈਲਕੂਲਸ ਮੈਥਡ ਹੈ। ਪਹਿਲਾਂ ਆਪਾਂ ਨੋਰਮਲ ਮੈਥਡ ਦੇ ਨਾਲ ਕੀਤੇ ਸੀ, ਹੁਣ ਆਪਾਂ ਕੈਲਕੂਲਸ ਮੈਥਡ ਨਾਲ ਬਿਲਕੁਲ ਸੇਮ ਜਿਹੜੇ ਫਾਰਮੂਲੇ ਉਹ ਡਰਾਈਵ ਕਰਾਂਗੇ। ਫਸਟ ਜਿਹੜਾ ਫਾਰਮੂਲਾ ਹੈਗਾ ਵੈਲੋਸਿਟੀ ਟਾਈਮ ਰਿਲੇਸ਼ਨ। ਇੰਸਟੇਨੀਅਸ ਐਕਸਲਰੇਸ਼ਨ ਹੈਗੀ ਹੈ ਜਿਹੜੀ ਕਿਸੇ ਵੀ ਆਬਜੈਕਟ ਦੀ ਆਪਣੇ ਕੋਲ ਕੀ ਹੈਗੀ ਹੈ, ਏ ਇਜ਼ ਇਕਵਲਸ ਟੂ ਡੀ ਵੀ ਅਪੋਨ ਡੀ ਟੀ। ਦੈਟ ਮੀਨਸ ਡੀ ਵੀ ਕਿਸ ਦੇ ਕੋਲ ਆ ਜਾਏਗੀ, ਡੀ ਵੀ ਇਜ਼ ਇਕਵਲਸ ਟੂ ਏ ਇਨਟੂ ਡੀ ਟੀ। ਸਪੋਜ਼ ਟਾਈਮ ਟੀ ਐਂਡ ਟੀ ਪ੍ਰਾਈਮ ਦੇ ਉੱਪਰ ਵੈਲੋਸਿਟੀਜ਼ ਕਿਹੜੀਆਂ ਹੈਗੀਆਂ, ਵੀ ਐਂਡ ਵੀ ਡੈਸ਼। ਟੀ ਟਾਈਮ ਦੇ ਉੱਪਰ ਵੈਲੋਸਿਟੀ ਆਪਣੇ ਕੋਲ ਵੀ ਆ ਐਂਡ ਟੀ ਪ੍ਰਾਈਮ ਦੇ ਉੱਪਰ ਵੈਲੋਸਿਟੀ ਨੂੰ ਆਪਾਂ ਕਹਿ ਸਕਦੇ ਹਾਂ ਟੀ ਪ੍ਰਾਈਮ ਹੈ। ਦੈਨ ਇਹ ਵਾਲਾ ਜਿਹੜੀ ਇਕੁਏਸ਼ਨ ਆ ਉਸ ਨੂੰ ਆਪਾਂ ਇੰਟੀਗ੍ਰੇਟ ਕਰਾਂਗੇ। ਇੰਟੀਗ੍ਰੇਟ ਕਿਵੇਂ ਕਰਨਾ, ਵੈਲੋਸਿਟੀ ਆਪਣੀ ਵੀ ਤੋਂ ਲੈ ਕੇ ਵੀ ਪ੍ਰਾਈਮ ਤੱਕ ਜਾ ਰਹੀ ਹੈ ਤਾਂ ਡੀ ਵੀ ਇੰਟੀਗ੍ਰੇਸ਼ਨ ਆਫ ਡੀ ਵੀ, ਇੰਟੀਗ੍ਰੇਸ਼ਨ ਆਪਣੀ ਕਿੱਥੋਂ ਤੋਂ, ਵੀ ਤੋਂ ਲੈ ਕੇ ਵੀ ਪ੍ਰਾਈਮ ਤੱਕ। ਸਿਮਿਲਰਲੀ ਆਪਣਾ ਜਿਹੜਾ ਟਾਈਮ ਹੈ ਟੀ ਤੋਂ ਲੈ ਕੇ ਟੀ ਪ੍ਰਾਈਮ ਤੱਕ ਜਾ ਰਿਹਾ ਤਾਂ ਟੀ ਟੂ ਟੀ ਡੈਸ਼ ਇੰਟੀਗ੍ਰੇਸ਼ਨ ਆਫ ਏ ਇਨਟੂ ਡੀ ਟੀ। ਐਕਸਲਰੇਸ਼ਨ ਇੰਟੀਗ੍ਰੇਸ਼ਨ ਤੋਂ ਬਾਹਰ ਲਿਖਾਂਗੇ, ਓਨਲੀ ਇੰਟੀਗ੍ਰੇਸ਼ਨ ਆਪਣੇ ਕੋਲ ਕਿਹੜੀ ਟਰਮ ਦੀ ਹੈ, ਡੀ ਟੀ ਦੀ ਇੰਟੀਗ੍ਰੇਸ਼ਨ ਹੈ ਟਾਈਮ ਦੇ ਕਰਸਪੋਂਡਿੰਗ। ਡੀ ਵੀ ਦੀ ਇੰਟੀਗ੍ਰੇਸ਼ਨ ਹੈਗੀ ਹੈ ਵੀ ਲਿਮਿਟਸ ਵੀ ਟੂ ਵੀ ਡੈਸ਼, ਏ ਐਜ਼ ਇਟ ਇਜ਼। ਡੀ ਟੀ ਦੀ ਇੰਟੀਗ੍ਰੇਸ਼ਨ ਟੀ ਲਿਮਿਟਸ ਟੀ ਤੋਂ ਲੈ ਕੇ ਟੀ ਡੈਸ਼। ਹੁਣ ਆਪਾਂ ਇੱਥੇ ਇਹ ਵਾਲੀ ਜਿਹੜੀ ਇਕੁਏਸ਼ਨ ਆ ਉਹਦੇ ਵਿੱਚ ਆਪਾਂ ਲਿਮਿਟਸ ਪੁੱਟ ਕਰਾਂਗੇ, ਅਪਰ ਲਿਮਿਟ ਮਾਈਨਸ ਲੋਅਰ ਲਿਮਿਟ।
ਇਸ ਦੇ ਵਿੱਚ ਆ ਜਾਏਗਾ ਆਪਣੇ ਕੋਲੇ v ਡੈਸ਼ ਮਾਈਨਸ v ਇਜ਼ ਇਕਵਲਸ ਟੂ a ਇੰਟੂ t ਡੈਸ਼ ਮਾਈਨਸ t। ਤਾਂ v ਡੈਸ਼ ਦੀ ਵੈਲਿਊ ਆਪਾਂ ਲਿਖ ਸਕਦੇ ਹਾਂ v ਪਲਸ a ਇੰਟੂ t ਡੈਸ਼ ਮਾਈਨਸ t। ਅਗਰ ਆਪਣੇ ਕੋਲੇ v ਡੈਸ਼ ਦੀ ਵੈਲਿਊ ਕਿਹੜੇ ਟਾਈਮ ਦੇ ਉੱਪਰ ਸੀ, t ਡੈਸ਼ ਦੇ ਉੱਪਰ, ਅਗਰ ਆਪਾਂ ਫਾਈਨਲ ਜਿਹੜੀ ਪੋਜੀਸ਼ਨ ਹੈ ਉੱਥੇ ਆਪਾਂ ਲੈ ਕੇ ਚੱਲੀਏ t ਲੈ ਕੇ ਚੱਲੀਏ ਤੇ ਵੈਲੋਸਿਟੀ ਹੈਗੀ ਆਪਣੀ v ਓਨਲੀ, ਇਨੀਸ਼ੀਅਲ ਦੇ ਵਿੱਚ t ਦੀ ਵੈਲਿਊ ਆਪਾਂ 0 ਕਰ ਦਈਏ ਤੇ ਵੈਲੋਸਿਟੀ ਆਪਣੇ ਕੋਲੇ u, ਤਾਂ ਇਹ ਵਾਲੀ ਜਿਹੜੀ ਇਕੁਏਸ਼ਨ ਉਹ ਰਿਡਿਊਸ ਹੋ ਕੇ ਬਣ ਜਾਏਗੀ v ਇਜ਼ ਇਕਵਲ ਟੂ u ਪਲਸ a t। ਸੈਕਿੰਡ ਰਿਲੇਸ਼ਨ ਹੈਗੇ ਆਪਣੇ ਕੋਲੇ ਪੋਜੀਸ਼ਨ ਟਾਈਮ ਰਿਲੇਸ਼ਨ। ਇਸ ਦੇ ਵਿੱਚ ਤੁਹਾਡੀ ਇੰਸਟੇਨੀਅਸ ਵੈਲੋਸਿਟੀ ਹੈ ਉਸ ਦੀ ਵੈਲਿਊ ਹੈਗੀ v ਇਜ਼ ਇਕਵਲ ਟੂ dx ਅਪੋਨ dt। ਇੱਥੋਂ ਆਪਾਂ dx ਦੀ ਵੈਲਿਊ ਕੈਲਕੂਲੇਟ ਕਰਾਂਗੇ, dx ਇਜ਼ ਇਕਵਲ ਟੂ v ਇੰਟੂ dt। ਹੁਣ v ਤੁਹਾਡੇ ਕੋਲ ਕਿਸ ਦੇ ਇਕੁਅਲ ਹੈ, u ਪਲਸ ਏ ਟੀ ਦੀ ਫਸਟ ਰਿਲੇਸ਼ਨ ਦੇ ਅਕੋਰਡਿੰਗ ਇੱਥੇ ਵੈਲਿਊ ਪੁੱਟ ਕਰਾਂਗੇ, ਦੈਨ dx ਇਜ਼ ਇਕਵਲ ਟੂ v u ਪਲਸ ਏ ਟੀ ਇੰਟੂ dt। ਅਗੇਨ ਆਪਣੇ ਕੋਲ ਅਗਰ ਡਿਸਪਲੇਸਮੈਂਟ ਕੀ ਹੈ, ਇਨੀਸ਼ੀਅਲ ਆਪਣੇ ਕੋਲ x ਨੋਟ ਹੈ, ਫਾਈਨਲ ਹੈਗੀ ਹੈ x। ਸਿਮਿਲਰਲੀ ਆਪਣੇ ਕੋਲ ਜਿਹੜਾ ਟਾਈਮ ਹੈ ਇਨੀਸ਼ੀਅਲ 0 ਹੈ ਤੇ ਫਾਈਨਲ ਆਪਣੇ ਕੋਲ ਹੈਗਾ t। ਤਾਂ ਇਸ ਦੇ ਆਪਾਂ ਇੰਟੀਗ੍ਰੇਸ਼ਨ ਕਰਾਂਗੇ, ਇੰਟੀਗ੍ਰੇਸ਼ਨ ਆਫ x ਨੋਟ ਟੂ x dx ਇਜ਼ ਇਕਵਲ ਟੂ 0 ਟੂ t u ਪਲਸ ਏ ਟੀ ਇੰਟੂ ਡੀ ਟੀ। ਹੁਣ u ਪਲਸ ਏ ਟੀ ਇੰਟੂ ਡੀ ਟੀ ਇਸ ਨੂੰ ਆਪਾਂ ਕੀ ਓਪਨ ਕਰ ਲਾਂਗੇ ਬ੍ਰੈਕਟ ਨੂੰ, ਤਾਂ ਕਿ ਦੋ ਪਾਰਟਸ ਦੇ ਵਿੱਚ ਡਿਵਾਈਡ ਹੋ ਜਾਏਗਾ। u ਆਪਾਂ ਬਾਹਰ ਲਿਖਣੇ ਇੰਟੀਗ੍ਰੇਸ਼ਨ ਤੋਂ 0 ਟੂ t ਇੰਟੂ ਡੀ ਟੀ ਪਲਸ a ਇੰਟੀਗ੍ਰੇਸ਼ਨ ਆਫ 0 ਟੂ t ਇੰਟੂ t ਡੀ ਟੀ। ਹੁਣ ਇਸ ਦੀ ਜਿਹੜੀ dx ਦੀ ਇੰਟੀਗ੍ਰੇਸ਼ਨ ਆਪਣੇ ਕੋਲ x ਬਣ ਜਾਏਗੀ x ਨੋਟ ਟੂ x dt ਦੀ ਇੰਟੀਗ੍ਰੇਸ਼ਨ t लिमिट्स 0 टू t प्लस a एज इट इज़ t इंटू डी टी। एक्स इंटू डी एक्स की इंटीग्रेशन अपने को की सी इसका फार्मूला है एक्स स्क्वायर अपॉन 2। इस दी पावर की है 1 इनक्रीज हो जाएगी तो अपॉन च जिन्ना इतने पावर दे विच आएगा वो अपॉन च आएगा इंटीग्रेशन का फार्मूला। दैन t की इंटीग्रेशन t स्क्वायर अपॉन 2 बन जाएगा लिमिट्स 0 टू t। नैक्सट स्टैप के विच आपां लिमिट्स पुट करांगे, अपर लिमिट माइनस लोअर लिमिट दैट इज़ x minus x naught is equals to u t minus 0 plus a as it is t square upon 2 minus 0। then x ਦੀ ਵੈਲਿਊ ਆਪਣੇ ਕੋਲ ਆ ਜਾਏਗੀ x is equals to x naught plus ut plus half at square ਇਹ ਵਾਲਾ। ਸਿਮਿਲਰਲੀ ਆਪਾਂ x minus x naught ਨੂੰ ਕੀ ਲਿਖ ਸਕਦੇ ਹਾਂ s, ਤਾਂ ਆਪਣੇ ਕੋਲ ਕੀ ਬਣ ਜਾਏਗਾ s is equals to ut plus half at square। ਇਹ ਆਪਣੇ ਕੋਲ ਹੈਗਾ ਸੈਕਿੰਡ ਰਿਲੇਸ਼ਨ। ਨੈਕਸਟ ਹੈਗਾ ਥਰਡ ਰਿਲੇਸ਼ਨ ਵੈਲੋਸਿਟੀ ਡਿਸਪਲੇਸਮੈਂਟ ਰਿਲੇਸ਼ਨ। ਇੰਸਟੇਨੀਅਸ ਐਕਸ ਰਿਲੇਸ਼ਨ ਕਿਸ ਦੇ ਉੱਪਰ ਹੈ, a ਇਜ਼ ਇਕਵਲ ਟੂ ਡੀ ਵੀ ਅਪੋਨ ਡੀ ਟੀ। ਅਗਰ ਇਹ ਵਾਲੀ ਟਰਮ ਦੇ ਨਾਲ ਆਪਾਂ ਡੀ ਐਕਸ ਦੀ ਮਲਟੀਪਲਾਈ ਤੇ ਡਿਵਾਈਡ ਕਰ ਦਈਏ ਤਾਂ ਕੀ ਬਣ ਜਾਏਗਾ ਡੀ ਐਕਸ ਅਪੋਨ ਡੀ ਟੀ ਇੰਟੂ ਡੀ ਵੀ ਅਪੋਨ ਡੀ ਐਕਸ। ਡੀ ਐਕਸ ਅਪੋਨ ਡੀ ਟੀ ਆਪਣੇ ਕੋਲ ਕੀ ਹੈ ਵੈਲੋਸਿਟੀ ਇੰਟੂ ਡੀ ਵੀ ਅਪੋਨ ਡੀ ਐਕਸ। वी डी वी इज इक्वल टू किस ए इंटू डी एक्स से क्रॉस मल्टीप्लाई की ए डी वी इज इक्वल टू ए इंटू डी एक्स। इस इक्वेशन की आप इंटीग्रेशन करांगे जो अपने को वैलोसिटी v तो लैके b प्राइम तक जा रही है एंड डिसप्लेसमेंट अपनी x तो लैके x प्राइम तक जा रही है। तो ये वाली इक्वेशन बन गई v टू v प्राइम इंटीग्रेशन v इंटू डी वी इज इक्वल टू a इंटीग्रेशन तो बाहर इंटीग्रेशन x टू x प्राइम इंटू डी एक्स। हुण v की इंटीग्रेशन अपने को की आ जाएगी v स्क्वायर अपॉन 2 लिमिट्स v टू b प्राइम a एज इट इज़ डी एक्स की इंटीग्रेशन x लिमिट्स x टू x प्राइम। नैक्सट आप लिमिट्स पुट करांगे बन जाएगा v डैश स्क्वायर अपॉन 2 माइनस v स्क्वायर अपॉन 2। इस दे विच a x डैश माइनस x v स्क्वायर माइनस v डैश स्क्वायर माइनस v स्क्वायर इज इक्वल टू 2a x डैश माइनस एक्स। फिर आप की करना है वी डैश अपनी की है फाइनल वैलोसिटी उसनूं आप रिप्लेस करांगे ओनली v दे नाल। इनीशियल वैलोसिटी v नूं आप रिप्लेस कर सकते हैं u दे नाल। सिमिलरली x डैश नूं आप x लिखांगे फाइनल नूं ते x इनीशियल नूं आप x नॉट लिखांगे तां की बन जाएगा v स्क्वायर माइनस u स्क्वायर इज इक्वल टू 2a x माइनस x नॉट। एक्स माइनस एक्स नॉट तुहाडे कोले की हैगी कैपिटल एस, इस नूं लिख सकते हैं वी स्क्वायर माइनस यू स्क्वायर इज इक्वल टू 2a एस। नैक्सट अगर आप यही जो रिलेशन है इन द फॉर्म ऑफ एक्सेलरेशन ड्यू टू ग्रैविटी देखिए तो अपने को की आ जाएगा। हुण कोई भी तुहाडे कोले ऑब्जैक्ट है फॉल कर रहा है अंडर ग्रैविटी, फ्रीली फॉल कर रहा है अंडर ग्रैविटी,
ਤਾਂ ਐਕਸਲੇਟਰ ਟੂਵਰਡਸ ਦ ਸੈਂਟਰ ਆਫ ਅਰਥ ਵਿਦ ਐਕਸਲੇਸ਼ਨ ਆਪਣੀ ਕਿੰਨੀ ਹੈਗੀ 9.8 ਮੀਟਰ ਪਰ ਸੈਕਿੰਡ ਜਾਂ 980 ਸੈਂਟੀਮੀਟਰ ਪਰ ਸੈਕਿੰਡ ਸਕੁਏਅਰ। ਇਹ ਹੈਗੀ ਹੈ ਐਕਸਲੇਸ਼ਨ ਡਿਊ ਟੂ ਗ੍ਰੈਵਿਟੀ। ਆਪਾਂ ਜਿਹੜੀ ਏ ਹੈ ਓਨਲੀ ਏ ਉਸ ਨੂੰ ਆਪਾਂ ਜੀ ਦੇ ਨਾਲ ਰਿਪਲੇਸ ਕਰ ਸਕਦੇ ਹਾਂ ਤਾਂ ਆਪਣਾ ਰਿਲੇਸ਼ਨ ਬਣ ਜਾਣਗੇ v ਇਜ਼ ਇਕਸ ਟੂ ਯੂ ਪਲਸ ਏ ਟੀ ਸੀ। ਆਪਾਂ ਏ ਦੀ ਜਗ੍ਹਾ 'ਤੇ ਜੀ ਪੁੱਟ ਕੀਤਾ ਤਾਂ ਆਪਣੇ ਕੋਲ ਬਣ ਗਿਆ v ਇਜ਼ ਇਕਸ ਟੂ ਯੂ ਪਲਸ ਜੀ ਟੀ। ਸਿਮਿਲਰਲੀ ਐਸ ਕੇਸ ਦੇ ਕੋਲ ਹੈ ਯੂ ਟੀ ਪਲਸ ਹਾਫ ਏ ਟੀ ਸਕੇਅਰ ਦੇ, ਇਹ ਬਣ ਜਾਏਗਾ ਜੀ ਟੀ ਸਕੇਅਰ। v ਸਕੇਅਰ ਮਾਈਨਸ ਯੂ ਸਕੇਅਰ ਇਜ਼ ਇਕਸ ਟੂ 2gs। ਸਿਮਿਲਰਲੀ ਆਪਣੇ ਕੋਲ ਐਸ nth ਵਾਲਾ ਆ ਜਾਏਗਾ u ਪਲਸ 1/2, ਇੱਥੇ a ਸੀ ਆਪਾਂ ਪੁੱਟ ਕਰਨਾ ਹੈ g, ਤਾਂ g ਇੰਟੂ 2n-1। ਨੈਕਸਟ ਹੈਗੀ ਹੈ ਰੈਲੇਟਿਵ ਵੈਲੋਸਿਟੀ। ਹੁਣ ਇਸ ਦੇ ਵਿੱਚ ਆਪਾਂ ਕੀ ਕਰਨਾ ਹੈ, ਰੈਲੇਟਿਵ ਵੈਲੋਸਿਟੀ ਦੇ ਵਿੱਚ ਫੋਰ ਐਗਜ਼ਾਮਪਲ ਆਪਣੇ ਕੋਲ 2 ਟ੍ਰੇਨਸ ਹੈ, ਠੀਕ ਹੈ, 2 ਟ੍ਰੇਨਸ ਹੈ, ਦੋਨੋਂ ਸਟ੍ਰੇਟ ਲਾਈਨ ਦੇ ਵਿੱਚ ਅਤੇ ਪੈਰਲਲ ਟਰੈਕਸ ਦੇ ਵਿੱਚ ਅਤੇ ਸੇਮ ਸਪੀਡ ਦੇ ਨਾਲ ਸੇਮ ਡਾਇਰੈਕਸ਼ਨ ਦੇ ਵਿੱਚ ਮੂਵ ਕਰ ਰਹੀਆਂ। 2 ਆਪਣੇ ਕੋਲ ਟ੍ਰੇਨਸ ਹੈ, ਦੋਨੋਂ ਦੀ ਸਪੀਡ ਸੇਮ ਹੈ, ਸੇਮ ਇਹਨਾਂ ਦੀ ਡਾਇਰੈਕਸ਼ਨ ਹੈ ਅਤੇ ਪੈਰਲਲ ਟਰੈਕਸ ਦੇ ਵਿੱਚ ਮੂਵ ਕਰ ਰਹੀਆਂ। ਹੁਣ ਅਗਰ ਇੱਕ ਇਸ ਦੇ ਵਿੱਚ ਆਪਣੇ ਕੋਲ ਕੀ ਹੈ, ਇੱਕ ਪਰਸਨ ਬੈਠਾ, ਠੀਕ ਹੈ, ਇਸ ਟ੍ਰੇਨ ਦੇ ਵਿੱਚ ਉਸਨੇ ਕੀ ਓਬਜ਼ਰਵ ਕੀਤਾ ਵੀ ਜਿਹੜੀ ਸੈਕਿੰਡ ਟ੍ਰੇਨ ਹੈ ਉਹ ਮੂਵ ਨਹੀਂ ਕਰ ਰਹੀ, ਉਹ ਰੈਸਟ ਦੇ ਉੱਪਰ ਹੈ। ਹੁਣ ਸਪੋਜ਼ ਇਸ ਦੀ ਜਿਹੜੀ ਵੈਲੋਸਿਟੀ ਉਹ ਵੀ ਏ ਵੈਲੋਸਿਟੀ ਹੈ, ਇਸ ਦੀ ਵੈਲੋਸਿਟੀ ਆਪਣੇ ਕੋਲ ਵੀ ਹੈ, ਠੀਕ ਹੈ, ਇਸ ਦੀ ਯੂਨੀਫਾਰਮ ਵੈਲੋਸਿਟੀ ਵੀ ਏ ਹੈ, ਇਸ ਦੀ ਯੂਨੀਫਾਰਮ ਵੈਲੋਸਿਟੀ ਵੀ ਬੀ ਹੈ। ਇਸ ਵਾਲਾ ਜਿਹੜਾ ਟ੍ਰੇਨ ਵਾਲਾ ਓਬਜ਼ਰਵਰ ਹੈ, ਜਿਹੜਾ ਓਬਜ਼ਰਵ ਕਰ ਰਹੇ ਹੈ ਵੀ ਜਿਹੜੀ ਸੈਕਿੰਡ ਟ੍ਰੇਨ ਹੈਗੀ ਆਪਣੇ ਕੋਲ ਉਸ ਦੀ ਵੈਲੋਸਿਟੀ ਕੀ ਹੈ, ਨਹੀਂ ਹੈ, ਮਤਲਬ ਉਹ ਰੈਸਟ ਪੋਜੀਸ਼ਨ ਦੇ ਉੱਪਰ ਮੂਵ ਨਹੀਂ ਕਰ ਰਹੀ। ਤਾਂ ਇਹ ਪੋਸੀਬਲ ਕਿਵੇਂ ਹੋ ਸਕਦਾ ਹੈ, ਇਹ ਸਿਰਫ ਪੋਸੀਬਲ ਹੋ ਸਕਦਾ ਰੈਲੇਟਿਵ ਵੈਲੋਸਿਟੀ ਦੇ ਕੇਸ ਦੇ ਵਿੱਚ। ਹੁਣ ਅਗਰ ਆਪਾਂ ਇਸ ਨੂੰ ਰੈਸਟ ਪੋਜੀਸ਼ਨ ਦੇ ਵਿੱਚ ਕਰਨਾ ਹੈ ਤਾਂ ਆਪਾਂ ਨੂੰ ਕੀ ਕਰਨਾ ਪੈਣਾ, ਮਾਈਨਸ ਬੀ ਬੀ, ਇਸ ਦੇ ਵਿੱਚ ਵੀ ਮਾਈਨਸ ਬੀ ਬੀ ਕਰਾਂਗੇ ਤਾਂ ਇਹ ਰੈਸਟ ਦੇ ਉੱਪਰ ਆ ਗਈ, ਮਤਲਬ ਆਪਣੀ ਵੈਲੋਸਿਟੀ 0 ਹੋ ਗਈ, ਰੈਸਟ ਦੇ ਵਿੱਚ ਹੈ, ਅਤੇ ਇਸ ਦੀ ਵੈਲੋਸਿਟੀ ਆ ਗਈ ਵੀ ਏ ਮਾਈਨਸ ਬੀ ਬੀ, ਦੈਟ ਇਜ਼ ਅ ਰੈਲੇਟਿਵ ਵੈਲੋਸਿਟੀ ਬੀ ਏ ਦੀ ਰੈਲੇਟਿਵ ਵੈਲੋਸਿਟੀ ਵਿਦ ਰਿਸਪੈਕਟ ਟੂ ਬੀ। ਹੁਣ ਕੋਈ ਵੀ ਆਬਜੈਕਟ ਹੈਗਾ, ਲੈਟ ਫਰਸਟ ਹੈਗਾ ਆਪਣਾ ਪੀ, ਸੈਕਿੰਡ ਹੈਗਾ ਪੀ ਡੈਸ਼, ਦੋਨਾਂ ਦੀ ਯੂਨੀਫਾਰਮ ਵੈਲੋਸਿਟੀ, ਇੱਕ ਦੀ ਵੀ ਹੈਗੀ ਹੈ, ਸੈਕਿੰਡ ਦੀ ਵੀ ਡੈਸ਼ ਹੈ। ਅਗਰ ਐਕਸ ਨੋਟ ਜਿਹੜਾ ਡਿਸਟੈਂਸ ਹੈਗਾ ਕਵਰ ਕੀਤਾ ਫਸਟ ਵਾਲੇ ਨੇ, ਐਕਸ ਨੋਟ ਡੈਸ਼ ਆਪਣੇ ਕੋਲ ਕਵਰ ਕੀਤਾ ਸੈਕਿੰਡ ਵਾਲੇ ਆਬਜੈਕਟ ਨੇ, ਦੈਨ ਐਕਸ ਇਜ਼ ਇਕਸ ਟੂ ਐਕਸ ਨੋਟ ਪਲਸ ਵੀ ਟੀ ਬਣ ਗਿਆ, ਠੀਕ ਹੈ। ਬੀ ਦੇ ਲਈ ਆਪਣੇ ਕੋਲ ਕੀ ਆ ਜਾਏਗਾ, ਆਪਾਂ ਕਰਦੇ ਸੀ ਰਿਲੇਸ਼ਨ ਵੀ ਇਜ਼ ਇਕਸ ਟੂ ਯੂ ਪਲਸ ਏ ਟੀ, ਠੀਕ ਹੈ, ਵੀ ਦੀ ਜਗ੍ਹਾ 'ਤੇ ਆਪਾਂ ਐਕਸ ਪੁੱਟ ਕੀਤਾ, ਯੂ ਦੀ ਜਗ੍ਹਾ 'ਤੇ ਆਪਾਂ ਐਕਸ ਨੋਟ ਪੁੱਟ ਕੀਤਾ। ਸੈਕਿੰਡ ਦੇ ਲਈ ਆਪਣੇ ਕੋਲ ਕੀ ਬਣ ਗਿਆ, ਐਕਸ ਡੈਸ਼ ਇਜ਼ ਇਕਸ ਟੂ ਐਕਸ ਨੋਟ ਡੈਸ਼ ਪਲਸ ਵੀ ਡੈਸ਼ ਟੀ, ਦੋਨੋਂ ਆਪਾਂ ਇਕੁਏਸ਼ਨ ਨੂੰ ਸਬਸਟਰੈਕਟ ਕਰ ਦਾਂਗੇ ਤਾਂ ਆਪਣੇ ਕੋਲ ਕੀ ਆ ਜਾਏਗਾ, ਐਕਸ ਡੈਸ਼ ਮਾਈਨਸ ਐਕਸ ਨੋਟ ਡੈਸ਼ ਮਾਈਨਸ ਐਕਸ ਨੋਟ ਪਲਸ ਵੀ ਡੈਸ਼ ਮਾਈਨਸ ਵੀ ਇੰਟੂ ਟੀ। ਹੁਣ ਆਪਣੇ ਕੋਲ ਜਿਹੜੀ ਰੈਲੇਟਿਵ ਡਿਸਪਲੇਸਮੈਂਟ ਹੈ ਐਕਸ ਡੈਸ਼ ਮਾਈਨਸ ਐਕਸ, ਉਹ ਪੋਜ਼ੀਟਿਵ ਵੀ ਹੋ ਸਕਦੀ ਹੈ, 0 ਵੀ ਹੋ ਸਕਦੀ ਹੈ ਔਰ ਨੈਗੇਟਿਵ ਵੀ ਹੋ ਸਕਦੀ ਹੈ, ਤਿੰਨੋਂ ਕੇਸ ਆਪਣੇ ਕੋਲ ਅਰਾਈਜ਼ ਹੋ ਸਕਦੇ ਹੈ। ਸਿਮਿਲਰਲੀ ਅਗਰ ਆਪਾਂ ਵੀ ਦੀ ਗੱਲ ਕਰੀਏ, ਰੈਲੇਟਿਵ ਵੈਲੋਸਿਟੀ ਦੀ ਗੱਲ ਕਰੀਏ, ਦੈਨ ਆਪਣੇ ਕੋਲ ਕੀ ਹੋ ਜਾਏਗਾ, ਉਸ ਦੇ ਵੀ 3 ਕੇਸ ਪੋਸੀਬਲ ਹੈ, ਪੋਜ਼ੀਟਿਵ ਵੀ ਹੋ ਸਕਦਾ ਹੈ, 0 ਵੀ ਹੋ ਸਕਦਾ ਔਰ ਨੈਗੇਟਿਵ ਵੀ ਹੋ ਸਕਦਾ ਹੈ। ਅਗਰ ਆਪਾਂ ਰੈਲੇਟਿਵ ਜਿਹੜੀ ਵੈਲੋਸਿਟੀ ਆ ਉਸ ਨੂੰ ਫਾਈਂਡ ਕਰਾਂਗੇ ਵਿਦ ਐਨਾਲਿਟੀਕਲ ਮੈਥਡ ਦੇ ਨਾਲ ਤਾਂ ਕੀ ਹੋ ਸਕਦਾ ਹੈ। ਹੁਣ ਸਪੋਜ਼ ਤੁਹਾਡੇ ਕੋਲ 2 ਆਬਜੈਕਟ ਹੈਗੇ ਏ ਅਤੇ ਵੀ, ਦੋਨੋਂ ਮੂਵ ਕਰ ਰਹੇ ਆ ਵਿਦ ਯੂਨੀਫਾਰਮ ਵੈਲੋਸਿਟੀ ਵੀ ਏ ਐਂਡ ਬੀ ਵੀ ਦੇ ਨਾਲ। ਅਗਰ ਆਪਾਂ ਰੈਲੇਟਿਵ ਵੈਲੋਸਿਟੀ ਆਬਜੈਕਟ ਦੀ ਫਾਈਂਡ ਆਊਟ ਕਰਾਂਗੇ, ਸੇ ਏ ਦੀ ਫਾਈਂਡ ਆਊਟ ਕਰਨੀ ਹੈ ਵਿਦ ਰਿਸਪੈਕਟ ਟੂ ਆਬਜੈਕਟ ਬੀ ਦੇ ਨਾਲ। ਅਗਰ ਬੀ ਦੀ ਆਪਣੇ ਕੋਲ ਰੈਸਟ ਪੋਜੀਸ਼ਨ ਦੇ ਉੱਪਰ ਲੈ ਕੇ ਆਉਣਾ ਤਾਂ ਆਪਾਂ ਨੂੰ ਕੀ ਕਰਾਂਗੇ, ਮਾਈਨਸ ਬੀ ਬੀ ਨੂੰ ਐਡ ਕਰਾਂਗੇ, ਠੀਕ ਹੈ, ਤਾਂ ਆਪਣੇ ਕੋਲ ਰੈਲੇਟਿਵ ਵੈਲੋਸਿਟੀ ਕੀ ਬਣ ਜਾਏਗੀ, ਫਸਟ ਦੀ ਵੀ ਏ ਵੀ ਇਜ਼ ਇਕਸ ਟੂ ਵੀ ਏ ਮਾਈਨਸ ਬੀ ਬੀ, ਠੀਕ ਹੈ, ਉਸ ਦੇ ਵਿੱਚ ਮਾਈਨਸ ਬੀ ਬੀ ਨੂੰ ਐਡ ਕਰਾਂਗੇ। ਹੁਣ ਇਸ ਦੇ ਵਿੱਚ 2 ਕੇਸ ਆਪਣੇ ਕੋਲ ਅਰਾਈਜ਼ ਹੋ ਸਕਦੇ ਆ। ਫਸਟ ਕੇਸ ਕੀ ਹੈ, ਜਿਹੜੇ ਆਪਣੇ ਕੋਲ ਦੋਨੋਂ ਆਬਜੈਕਟ ਹੈ ਉਹ ਮੂਵ ਕਰ ਰਹੇ ਅਲੋਂਗ ਅ ਸਟ੍ਰੇਟ ਲਾਈਨ ਇਨ ਸੇਮ ਡਾਇਰੈਕਸ਼ਨ, ਦੋਨੋਂ ਆਪਣੇ ਕੋਲ ਸੇਮ ਡਾਇਰੈਕਸ਼ਨ ਦੇ ਵਿੱਚ ਮੂਵ ਕਰ ਰਹੇ ਆ। ਇਹ ਵਾਲਾ ਆਬਜੈਕਟ ਏ ਹੈ, ਇਹ ਬੀ ਹੈ, ਇਸ ਦੀ ਵੈਲੋਸਿਟੀ ਵੀ ਏ ਹੈ, ਇਸ ਦੀ ਵੈਲੋਸਿਟੀ ਆਪਣੇ ਕੋਲ ਵੀ ਬੀ ਹੈ।
ਇਸ ਨੂੰ ਆਪਾਂ ਰੈਸਟ ਪੋਜੀਸ਼ਨ ਦੇ ਵਿੱਚ ਲੈ ਕੇ ਆਉਣਾ ਤਾਂ ਆਪਾਂ ਨੂੰ ਕੀ ਕਰਨਾ ਪੈਣਾ, ਮਾਈਨਸ ਬੀ ਨੂੰ ਆਪਾਂ ਐਡ ਕਰਾਂਗੇ ਤਾਂ ਆਪਣੇ ਕੋਲ ਰੈਸਟ ਦੇ ਉੱਪਰ ਆ ਜਾਏਗਾ। ਸਿਮਿਲਰਲੀ ਆਪਣੇ ਕੋਲ ਇਹ ਬਣ ਜਾਏਗਾ। ਤਾਂ ਰੈਲੇਟਿਵ ਵੈਲੋਸਿਟੀ ਨੂੰ ਆਪਾਂ ਕੀ ਲਿਖ ਸਕਦੇ ਹਾਂ, ਏ ਦੀ ਰੈਲੇਟਿਵ ਵੈਲੋਸਿਟੀ ਆ ਜਾਏਗੀ VA ਮਾਈਨਸ VB। ਤਾਂ ਆਪਣੇ ਕੋਲ VA ਵੀ ਕਿਸ ਦੇ ਇਕੁਅਲ ਆ ਜਾਏਗੀ, VA ਮਾਈਨਸ BB ਦੇ। ਸੈਕਿੰਡ ਕੇਸ ਕਿ ਆਪਣੇ ਕੋਲ ਕੀ ਹੈ, ਜਦੋਂ ਦੋਨੋਂ ਜਿਹੜੇ ਆਬਜੈਕਟ ਹੈ ਸਟ੍ਰੇਟ ਲਾਈਨ ਦੇ ਵਿੱਚ ਮੂਵ ਕਰ ਰਹੇ ਆ ਬਟ ਉਹਨਾਂ ਦੀ ਡਾਇਰੈਕਸ਼ਨ ਹੈਗੀ ਹੈ ਅਪੋਜ਼ਿਟ। ਇਹ ਵਾਲੀ VA ਹੈ, ਇਹ ਆਪਣੇ ਕੋਲ ਹੈਗੀ ਹੈ VB। ਤਾਂ ਕੀ ਬਣੇਗਾ ਹੁਣ, ਅਗਰ ਇਸ ਨੂੰ ਆਪਾਂ ਡਿਨੋਟ ਕਰ ਰਹੇ ਹਾਂ VA ਦੇ ਨਾਲ, ਇਸ ਨੂੰ ਆਪਾਂ ਡਿਨੋਟ ਕਰਾਂਗੇ ਮਾਈਨਸ BB ਦੇ ਨਾਲ, ਅਪੋਜ਼ਿਟ ਡਾਇਰੈਕਸ਼ਨ ਹੈ। ਇਸ ਨੂੰ ਆਪਾਂ ਰੈਸਟ ਪੋਜੀਸ਼ਨ ਦੇ ਵਿੱਚ ਲੈ ਕੇ ਆਉਣਾ ਹੈ ਬਿਕੋਜ਼ ਇਸ ਦੀ ਆਪਾਂ ਰਿਲੇਟਿਵ ਵੈਲੋਸਿਟੀ ਫਾਈਂਡ ਕਰਨੀ ਹੈ ਵਿਦ ਰਿਸਪੈਕਟ ਟੂ B। ਅਗਰ ਆਪਾਂ ਪਲੱਸ ਕਰ ਦਈਏ VB ਨੂੰ ਪਲੱਸ ਕਰ ਦਾਂਗੇ ਤਾਂ ਆਪਣੇ ਕੋਲ ਰੈਸਟ ਪੋਜੀਸ਼ਨ ਦੇ ਉੱਪਰ ਆ ਜਾਏਗਾ। ਅਤੇ ਇਹ ਕੀ ਬਣ ਜਾਏਗਾ, ਆਪਣੇ ਕੋਲ ਫਾਰਮੂਲਾ ਸੀ VAV ਇਜ਼ ਇਕੁਅਲਸ ਟੂ VA ਮਾਈਨਸ BB। ਇਹ ਵਾਲੇ ਮਾਈਨਸ ਮਾਈਨਸ ਪਲੱਸ ਹੋ ਜਾਣਗੇ ਤਾਂ VAV ਕਿਸ ਦੇ ਇਕੁਅਲ ਆ ਜਾਏਗਾ, VA ਪਲੱਸ BB ਦੇ। ਰਿਲੇਟਿਵ ਵੈਲੋਸਿਟੀ ਦੇ ਵਿੱਚ ਆਪਾਂ ਕੀ ਹੈ, ਦੋ ਜਿਹੜੇ ਆਬਜੈਕਟ ਉਹਨਾਂ ਨੂੰ ਮੰਨ ਕੇ ਚੱਲਣਾ ਹੈ। ਫਸਟ ਆਪਣੇ ਕੋਲ ਫਰੇਮ ਆਫ ਰੈਫਰੈਂਸ ਹੋਣਾ ਚਾਹੀਦਾ ਹੈ ਅਤੇ ਇੱਕ ਆਪਣੇ ਕੋਲ ਕੀ ਹੈ, ਉਸ ਦੀ ਵੈਲੋਸਿਟੀ ਆਪਾਂ ਕੈਲਕੂਲੇਟ ਕਰਾਂਗੇ। ਜਿਵੇਂ ਆਪਾਂ ਇਹ ਤਾਂ ਅਸੀਂ ਆਪਣੇ ਕੋਲ ਦੋ ਆਬਜੈਕਟ ਲੈ ਕੇ ਚੱਲੇ ਹਾਂ, ਦੋਨੋਂ ਆਪਣੇ ਕੋਲ ਮੋਸ਼ਨ ਦੇ ਵਿੱਚ ਹੈ। ਅਗਰ ਤੁਹਾਡੇ ਕੋਲ ਕੀ ਹੈ, ਇੱਕ ਕਾਰ ਅਰਥ ਦੇ ਉੱਪਰ ਚੱਲ ਰਹੀ ਹੈ ਤਾਂ ਅਰਥ ਆਪਣੇ ਕੋਲ ਫਰੇਮ ਆਫ ਰੈਫਰੈਂਸ ਹੈ। ਤਾਂ ਇਸ ਦੀ ਇਹ ਆਪਣੇ ਕੋਲ ਐਵੇਂ ਹੀ ਫਸਟ ਇੱਕ ਆਪਣੇ ਕੋਲ ਰੈਫਰੈਂਸ ਆਫ ਫਰੇਮ ਆਫ ਰੈਫਰੈਂਸ ਹੋਣਾ ਚਾਹੀਦਾ ਅਤੇ ਇੱਕ ਦੀ ਆਪਣੇ ਕੋਲ ਕੀ ਹੋਣੀ, ਮੋਸ਼ਨ ਹੋਣੀ ਚਾਹੀਦੀ ਹੈ। ਇਹ ਤੁਹਾਡੀ ਹੈਗੀ ਸੀ ਰਿਲੇਟਿਵ ਵੈਲੋਸਿਟੀ।